सतनाम श्री वाहेगुरु साहिब जीओ। परम सन्मानियो गुरु रूप गुरु खालसा साध संगत जी, वाहेगुरु जी का खालसा वाहेगुरु जी की फतेह। तारिले गन का बिन रूप कुबिजा, ब्याद अजामल तारियले। ਇਹ ਪਾਵਨ ਸ਼ਬਦ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 345 ਅੰਗ 'ਤੇ ਸੁਸ਼ੋਭਿਤ ਹੈ। ਇਸ ਸ਼ਬਦ ਵਿੱਚ ਭਗਤ ਨਾਮਦੇਵ ਜੀ ਫਰਮਾ ਰਹੇ ਹਨ ਕਿ ਹੇ ਪ੍ਰਭੂ, ਤੂੰ ਮੰਦ ਕਰਮਣ ਵੈਸਵਾ ਵਿਕਾਰਾਂ ਤੋਂ ਬਚਾ ਲਈ। ਤੂੰ ਕਰੂਪ ਕੁਬਜਾ ਦਾ ਕੋਝ ਦੂਰ ਕੀਤਾ ਤੇ ਤੂੰ ਵਿਕਾਰਾਂ ਵਿੱਚ ਗਲੇ ਹੋਏ ਅਜਾਮਲ ਨੂੰ ਤਾਰ ਦਿੱਤਾ। ਇਸੇ ਤਰ੍ਹਾਂ ਇੱਕ ਹੋਰ ਪਾਵਨ ਸ਼ਬਦ अंग 981 ਤੇ ਸੁਸ਼ੋਭਿਤ ਹੈ। परस न परस भये कुबिजा को लै बैकुंठ सिधारे। ਇਸ ਪਾਵਨ ਸ਼ਬਦ ਵਿੱਚ ਚੌਥੇ ਪਾਤਸ਼ਾਹ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਫਰਮਾ ਰਹੇ ਹਨ ਕਿ ਕੁਬਜਾ ਨੂੰ ਸ਼੍ਰੀ ਕ੍ਰਿਸ਼ਨ ਜੀ ਦੇ ਚਰਨਾਂ ਦੀ ਸ੍ਰੇਸ਼ਟ ਛੋਹ ਪ੍ਰਾਪਤ ਹੋਈ। ਉਹ ਛੋਹ ਉਸ ਨੂੰ ਬੈਕੁੰਠ ਵਿੱਚ ਲੈ ਪਹੁੰਚੀ। ਪ੍ਰਸੰਨ ਹੋ ਕੇ ਕ੍ਰਿਸ਼ਨ ਜੀ ਨੇ ਕੁਬਜਾ ਨੂੰ ਛੂਹਿਆ ਤੇ ਇਹ ਛੂਹਣਾ ਉਸ ਨੂੰ ਸੱਚਖੰਡ ਨੂੰ ਲੈ ਗਿਆ। ਇਸੇ ਪ੍ਰਕਾਰ ਅੰਗ 1192 ਤੇ ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਦਾ ਇੱਕ ਹੋਰ ਪਾਵਨ ਸ਼ਬਦ ਅੰਕਿਤ ਹੈ। ਕੁਬਜਾ ਉਧਰੀ ਅੰਗੁਸ਼ਟ ਧਾਰ। ਸ਼੍ਰੀ ਕ੍ਰਿਸ਼ਨ ਜੀ ਦੇ ਅੰਗੂਠੇ ਦੀ ਛੋਹ ਨਾਲ ਕੁਬਜਾ ਪਾਰ ਲੰਘ ਗਈ। ਅੰਗੂਠੇ ਉੱਤੇ ਪੈਰ ਧਰ ਕੇ ਸ਼੍ਰੀ ਕ੍ਰਿਸ਼ਨ ਜੀ ਨੇ ਕੁਬਜਾ ਨੂੰ ਤਾਰ ਦਿੱਤਾ। ਭਗਤੀ ਦੇ ਜਗਤ ਵਿੱਚ ਕੁਬਜਾ ਦਾ ਨਾਮ ਬੜਾ ਸਤਿਕਾਰਿਆ ਜਾਂਦਾ ਹੈ। ਕੁਬਜਾ ਮਾਲਣ ਦੇ ਪਿਆਰ ਦੇ ਗੀਤ ਬਣਾ ਕੇ ਕਵੀ ਜਨ ਗਾਉਂਦੇ ਹਨ। ਸੋ ਸਾਧ ਸੰਗਤ ਜੀ, ਆਓ ਬੜੇ ਪ੍ਰੇਮ ਨਾਲ ਕੁਬਜਾ ਦੀ ਕਥਾ ਸੁਣਦੇ ਹਾਂ। ਸ਼ਰਧਾ ਤੇ ਪਿਆਰ ਨਾਲ ਜੋ ਇਸਤਰੀ ਪੁਰਸ਼ ਇਸ ਦੀ ਕਥਾ ਸਰਵਣ ਕਰਦਾ ਹੈ, ਉਸ ਦੇ ਹਿਰਦੇ ਆਤਮਾ ਵਿੱਚ ਪਿਆਰ ਵੱਧਦਾ ਹੈ। ਕੁਬਜਾ ਇੱਕ ਦਾਸੀ ਸੀ। ਉਹ ਰਾਜਾ ਕੰਸ ਦੇ ਰਾਜ ਮਹਿਲ ਤੇ ਉਸ ਦੇ ਬਾਗ ਵਿੱਚ ਮਾਲਣ ਦਾ ਕੰਮ ਕਰਦੀ ਸੀ। ਸਾਰੇ ਉਸ ਨੂੰ ਕੁਬਜਾ ਮਾਲਣ ਆਖ ਕੇ ਬੁਲਾਉਂਦੇ ਸਨ। ਉਸ ਦੀ ਆਯੂ ਵਡੇਰੀ ਨਹੀਂ ਸੀ। ਉਹ ਛੋਟੀ ਉਮਰ ਦੀ ਤੇ ਸੁੰਦਰ ਸੀ। ਪਰ ਭਗਵਾਨ ਦੀ ਐਸੀ ਲੀਲਾ ਕਿ ਲੱਕ ਵਿੱਚ ਕੁੱਬ ਸੀ। ਉਹ ਕੁੱਬੀ ਹੋ ਕੇ ਤੁਰਦੀ ਸੀ। ਤਦੇ ਹੀ ਉਸ ਦਾ ਨਾਮ ਕੁਬਜਾ ਸੀ। ਉਸ ਦੀ ਸੁੰਦਰਤਾ ਤੇ ਅਕਲ ਦੀ ਹਰ ਕੋਈ ਪ੍ਰਸ਼ੰਸਾ ਕਰਦਾ ਸੀ। ਜਦੋਂ ਕੁੱਬ ਨੂੰ ਦੇਖਦਾ ਸੀ ਤਾਂ ਭਗਵਾਨ ਨੂੰ ਕੋਸਦਾ ਸੀ ਕਿ ਐਸੀ ਸੁੰਦਰਤਾ ਬਖਸ਼ ਕੇ ਕੁੱਬ ਕਿਉਂ ਰੱਖਿਆ। ਭਗਵਾਨ ਦੀ ਲੀਲਾ ਨੂੰ ਕੋਈ ਨਹੀਂ ਸੀ ਜਾਣਦਾ। ਉਹ ਖੇਲ ਸੀ ਜੋ ਸਮੇਂ ਨਾਲ ਹੋਣਾ ਸੀ। ਜਵਾਨ ਹੋ ਕੇ ਜਦੋਂ ਸ਼੍ਰੀ ਕ੍ਰਿਸ਼ਨ ਜੀ ਮਥੁਰਾ ਗਏ ਤਾਂ ਇੱਕ ਦਿਨ ਭਗਵਾਨ ਕ੍ਰਿਸ਼ਨ ਜੀ ਤੇ ਕੁਬਜਾ ਦਾ ਮੇਲ ਹੋ ਗਿਆ। ਉਹ ਫੁੱਲ ਤੇ ਘਸਿਆ ਹੋਇਆ ਚੰਦਨ ਲੈ ਕੇ ਰਾਜੇ ਕੰਸ ਵੱਲ ਜਾ ਰਹੀ ਸੀ। ਉਸਨੇ ਜਿਉਂ ਹੀ ਸ਼੍ਰੀ ਕ੍ਰਿਸ਼ਨ ਜੀ ਦੇ ਦਰਸ਼ਨ ਕੀਤੇ ਤਾਂ ਮਾਨੋ ਉਸਦੇ ਪੈਰਾਂ ਨੂੰ ਜ਼ੰਜੀਰ ਵੱਜ ਗਏ। ਉਸਦੇ ਮੋਟੇ ਨਰਗਸ ਨੈਣ ਕੀਲੇ ਤੇ ਝੁੰਧਿਆਏ ਗਏ। ਉਸਦੇ ਹਿਰਦੇ ਵਿੱਚ ਇੱਕ ਮਿੱਠਾ ਕਾਂਬਾ ਆਇਆ। ਉਹ ਵੇਖਦੀ ਰਹੀ। ਉਸਨੇ ਇੱਕ ਫੂਲ ਮਾਲਾ ਸ਼੍ਰੀ ਕ੍ਰਿਸ਼ਨ ਜੀ ਦੇ ਗਲੇ ਵਿੱਚ ਪਾ ਦਿੱਤੀ ਤੇ ਨਾਲ ਹੀ ਚੰਦਨ ਦਾ ਟਿੱਕਾ ਲਾ ਦਿੱਤਾ। ਟਿੱਕਾ ਲਾਉਣ ਸਮੇਂ ਉਸ ਨੂੰ ਇਹ ਵੀ ਯਾਦ ਨਹੀਂ ਰਿਹਾ ਕਿ ਉਹ ਟਿੱਕਾ ਉਸਨੇ ਰਾਜਾ ਕੰਸ ਨੂੰ ਲਾਉਣਾ ਸੀ। ਜੇ ਰਾਜੇ ਕੰਸ ਨੂੰ ਪਤਾ ਲੱਗ ਗਿਆ ਤਾਂ ਉਹ ਮਰਵਾ ਦੇਵੇਗਾ। ਬੜਾ ਜ਼ਾਲਮ ਰਾਜਾ ਸੀ। ਪਿਆਰ ਵਿੱਚ ਖੀਵੀ ਹੋਈ ਮਾਲਣ ਨੂੰ ਖਿਆਲ ਨਾ ਰਿਹਾ। ਉਸਨੇ ਭਗਵਾਨ ਨੂੰ ਚੰਦਨ ਤੇ ਤਿਲਕ ਲਾ ਹੀ ਦਿੱਤਾ। ਭਗਵਾਨ ਸ਼੍ਰੀ ਕ੍ਰਿਸ਼ਨ ਜੀ ਨੇ ਜਦੋਂ ਉਸ ਦਾ ਪਿਆਰ ਦੇਖਿਆ ਤਾਂ ਉਹ ਆਪ ਦਇਆ ਦੇ ਘਰ ਵਿੱਚ ਆ ਗਏ। ਉਹਨਾਂ ਨੇ ਮਾਲਣ ਵੱਲ ਨਿਗਾਹ ਭਰ ਕੇ ਤੱਕਿਆ। ਉਸ ਦੇ ਕੁੱਬ ਨੂੰ ਤੱਕ ਕੇ ਉਸ ਦੇ ਕੁੱਬ ਨੂੰ ਦੂਰ ਕਰਨ ਦਾ ਵਿਚਾਰ ਆਇਆ। ਆਪ ਵਿਸ਼ਨੂੰ ਅਵਤਾਰ ਮਹਾਕਾਲ ਸ਼ਕਤੀਆਂ ਦੇ ਮਾਲਕ ਸਨ। ਮਾਲਣ ਦੇ ਇੱਕ ਪੈਰ ਤੇ ਅੰਗੂਠਾ ਚਰਨ ਦਾ ਰੱਖ ਕੇ ਤੇ ਮੋਢੇ ਤੇ ਫੜ ਕੇ ਐਸਾ ਖਿੱਚਿਆ ਕਿ ਉਹ ਇੱਕਦਮ ਸਿੱਧੀ ਹੋ ਗਈ। ਉਸ ਦਾ ਕੁੱਬ ਦੂਰ ਹੋ ਗਿਆ। ਉਹ ਤਾਂ ਮਾਨੋ ਗਵਾਚ ਹੀ ਗਈ। ਸ਼੍ਰੀ ਕ੍ਰਿਸ਼ਨ ਜੀ ਦਾ ਜਸ ਕਰਦੀ ਹੋਈ ਗਾਉਣ ਲੱਗ ਪਈ, ਨੱਚਣ ਲੱਗੀ
ਤੇ ਚਰਨਾਂ ਉੱਤੇ ਡੇਕ ਕੇ ਚਰਨ ਚੁੰਮ ਲਏ। ਉਹ ਪਿਆਰ ਰੂਪ ਹੋ ਕੇ ਉਸਨੇ ਹੱਥ ਜੋੜ ਕੇ ਬੇਨਤੀ ਕੀਤੀ, ਹੇ ਪ੍ਰਭੂ ਜੀ, ਦਾਸੀ ਨੂੰ ਆਪਣੇ ਚਰਨਾਂ ਵਿੱਚ ਰੱਖੋ। ਆਪ ਭਗਵਾਨ ਹੋ, ਮੈਂ ਆਖਦੀ ਹਾਂ, ਆਪ ਭਗਵਾਨ ਹੋ। ਹੇ ਮਾਲਣ, ਧੀਰਜ ਰੱਖ, ਸਮਾਂ ਆਏਗਾ ਤਾਂ ਤੇਰਾ ਪ੍ਰੇਮ ਪ੍ਰਵਾਨ ਹੋਏਗਾ। ਅਜੇ ਤੂੰ ਚਲੀ ਜਾ। ਕੰਸ ਨੂੰ ਤਿਲਕ ਲਾਉਣ ਚੱਲੀ ਸੀ, ਸਾਮੱਗਰੀ ਲੈ ਜਾ। ਇਹ ਆਖ ਕੇ ਭਗਵਾਨ ਅੱਗੇ ਚਲੇ ਗਏ। ਮਾਲਣ ਕੰਸ ਦਰਬਾਰ ਵਿੱਚ ਪਹੁੰਚੀ, ਪਰ ਉਸ ਦਾ ਮਨ ਤਾਂ ਭਗਵਾਨ ਦੇ ਚਰਨਾਂ ਵਿੱਚ ਹੀ ਸੀ। ਉਸ ਨੂੰ ਸਿੱਧੀ ਖਲੋਤੀ ਲਗਰ ਵਾਂਗ ਸੁੰਦਰ ਜਵਾਨ ਤੱਕ ਕੇ ਹਰ ਇੱਕ ਨੇ ਪੁੱਛਣਾ ਕੀਤੀ, ਪਰ ਉਸਨੇ ਭਗਵਾਨ ਦਾ ਪਤਾ ਨਾ ਦੱਸਿਆ। ਜਦੋਂ ਕੰਸ ਦੀ ਮੌਤ ਹੋ ਗਈ ਤੇ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਆਪ ਮਥੁਰਾ, ਗੋਕੁਲ ਤੇ ਬਿੰਦਰਾਵਨ ਦੇ ਰਾਜੇ ਬਣ ਗਏ ਤਾਂ ਉਹਨਾਂ ਨੇ ਕੁਬਜਾ ਨੂੰ ਉਤਾਰਿਆ ਤੇ ਉਸ ਨੂੰ ਦਰਸ਼ਨ ਦਿੱਤੇ। ਇਹ ਹੈ ਮਾਲਣ ਤੇ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਦੀ ਕਥਾ। ਜੋ ਸ਼ਰਧਾ ਨਾਲ ਇਸ ਕਥਾ ਨੂੰ ਸੁਣਦਾ ਹੈ ਉਹ ਤਰ ਜਾਂਦਾ ਹੈ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ ਜੀ। ਦਾਸ ਨੂੰ ਆਗਿਆ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।